ਜਿਹੜੀ ਕੱਲ ਮਨੀ ਲਾਂਡਰਿੰਗ ਵਾਲੀ ਰਿਪੋਰਟ ਆਈ ਆ ਹਾਂ ਉਹਦੇ ਵਿੱਚ ਜਸਟਿਸ ਆਸਟਨ ਕਲਨ ਨੇ ਜੋ 199 ਵਿਟਨੈਸਿਸ ਦੀ ਗੱਲ ਸੁਣੀ, 23 ਜਾਣਿਆਂ ਨੇ ਐਫੀਡੇਵਿਟ ਰਾਹੀਂ ਆਪਣਾ ਬਿਆਨ ਸਬਮਿਟ ਕਰਾਇਆ ਸੀ। 101 ਰეკਮੈਂਡੇਸ਼ਨਸ ਦਿੱਤੀਆਂ ਨੇ ਉਹਨਾਂ ਨੇ 1831 ਸਫ਼ਿਆਂ ਦੀ ਇਸ ਰਿਪੋਰਟ ਦੇ ਵਿੱਚ। ਅਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਿ RCMP, ਫਿਨਟਰੈਕ ਜਿਹੜੀ BC ਲੋਟਰੀ ਕਾਰਪੋਰੇਸ਼ਨ ਦੇ ਮੈਨੇਜਰ ਸਨ, ਕਹਿੰਦੇ ਉਹਨਾਂ ਨੇ ਬਹੁਤ ਕੁਝ ਅਣਦੇਖਾ ਕੀਤਾ ਜਦੋਂ ਉਹਨਾਂ ਨੂੰ ਪ੍ਰਤੱਖ ਤੌਰ 'ਤੇ ਸਿੱਧਾ ਨਜ਼ਰ ਆਉਂਦਾ ਸੀ ਕਿ ਕੁਝ ਗੜਬੜ ਤੇ ਹੈ। ਅਤੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਗੱਲਾਂ ਲਿਆਂਦੀਆਂ ਗਈਆਂ, ਪਰ ਉਹਦੇ ਬਾਵਜੂਦ ਵੀ ਉਹਨਾਂ ਨੇ ਐਕਸ਼ਨ ਕੋਈ ਨਹੀਂ ਲਿਆ, ਕਾਰਵਾਈ ਕੋਈ ਨਹੀਂ ਕੀਤੀ। ਪਰ ਇਹ ਸਭ ਦੇ ਵਿੱਚ ਕਹਿੰਦੇ ਕਰਪਸ਼ਨ ਕੋਈ ਨਹੀਂ ਹੋਈ, ਕਰਪਸ਼ਨ ਦੇ ਸੰਕੇਤ ਨਹੀਂ ਮਿਲਦੇ। ਉਸ ਸਮੇਂ ਦੀ ਜਿਹੜੀ ਸਰਕਾਰ ਸੀ, ਕਹਿੰਦੇ ਉਹਨਾਂ ਦੀ ਅਟੈਂਸ਼ਨ ਦੇ ਵਿੱਚ ਵੀ ਇਹ ਜਿਹੜੀ ਸਾਰੀ ਗੱਲਬਾਤ ਸੀ, ਪ੍ਰੋਬਲਮ ਸੀ, ਉਹਨੂੰ ਕਹਿੰਦੇ ਹਾਈਲਾਈਟ ਕੀਤਾ ਗਿਆ ਮਲਟੀਪਲ ਟਾਈਮਸ। ਤੇ ਵਿਸ਼ੇਸ਼ ਤੌਰ ਤੇ ਉਹਨਾਂ ਨਾਮ ਲਿਆ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਦਾ, ਸਾਬਕਾ ਹਾਊਸਿੰਗ ਮਿਨਿਸਟਰ, ਗੇਮਿੰਗ ਮਿਨਿਸਟਰ, ਡਿਪਟੀ ਪ੍ਰੀਮੀਅਰ ਰਹੇ ਰਿਚ ਕੋਲਮੈਨ ਦਾ। ਸੋ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਮਲਟੀਪਲ ਟਾਈਮਸ ਬਹੁਤ ਸੀਰੀਅਸ, ਕਹਿੰਦੇ ਬਹੁਤ ਐਲੀਵੇਟਡ ਲੈਵਲ ਦੀਆਂ ਵਾਰਨਿੰਗਸ ਦਿੱਤੀਆਂ ਗਈਆਂ, ਪਰ ਉਹਨਾਂ ਨੇ ਦੇ ਚੋਜ਼ ਨਾਟ ਟੂ ਐਕਟ ਔਨ ਇਟ। ਤੇ ਉਹ ਤੁਸੀਂ ਬਿਲਕੁਲ ਸਹੀ ਗੱਲ ਕਹੀ, ਕਹਿੰਦੇ ਪਰ ਪੂਰੀ ਜਿੰਨੀਆਂ ਵੀ ਗਵਾਹੀਆਂ ਕਹਿੰਦੇ ਦਰਜ ਹੋਈਆਂ, ਉਹਨਾਂ ਵਿੱਚੋਂ ਕੋਈ ਵੀ ਇੱਦਾਂ ਦਾ ਸੰਕੇਤ ਨਹੀਂ ਮਿਲਿਆ ਵੀ ਇਹਨਾਂ ਵਿੱਚੋਂ ਕਿਸੇ ਵੀ ਵਿਅਕਤੀ ਨੂੰ ਕੋਈ ਨਿੱਜੀ ਫਾਇਦਾ ਹੋਇਆ ਹੋਵੇ ਇਨਐਕਸ਼ਨ ਦੇ ਕਰਕੇ। ਉਹ ਇੱਕ ਜਿਹੜੀ ਵਿਲਫੁਲ ਇਨਐਕਸ਼ਨ ਜਿਹੜਾ ਉਹ ਫਰੇਜ਼ ਵਰਤਿਆ ਗਿਆ, ਫੇਲੀਅਰ ਆਫ ਵਿਲ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਨਾ ਕਿ ਇਟ ਵਾਜ਼ ਅ ਫੇਲੀਅਰ ਆਫ ਵਿਲ, ਵੀ ਇੱਛਾ ਸ਼ਕਤੀ ਦੀ ਘਾਟ ਸੀ, ਪਤਾ ਤੇ ਸੀ ਕੀ ਕੁਝ ਹੋ ਰਿਹਾ। ਇਹਨੂੰ ਲੈ ਕੇ ਨਾ ਵਾਸੂ ਸਵੇਰ ਤੋਂ ਹੀ WhatsApp ਤੇ ਮੈਸੇजेस ਵੀ ਆਉਣੇ ਸ਼ੁਰੂ ਹੋਏ ਨੇ। ਤੇ ਇੱਕ ਮੈਸੇਜ ਸਾਨੂੰ ਆਇਆ ਸੀਗਾ ਸਾਡੇ ਸੁਣਨ ਵਾਲਿਆਂ ਦਾ, ਰਾਜ ਢੀਂਡਸਾ ਜੀ ਦਾ। ਇਹ ਕਹਿੰਦੇ ਇਹ ਤਾਂ ਉਹ ਹਾਲ ਹੋਇਆ ਵੀ ਪੁਲਿਸ ਵਾਲਾ ਦੂਰੋਂ ਖੜਿਆ ਵੇਖ ਰਿਹਾ ਸੀ ਵੀ ਚੋਰੀ ਹੋ ਰਹੀ ਆ, ਤੇ ਉਹਨੇ ਵੇਖਿਆ ਵੀ ਚੋਰ ਕੰਧ ਟੱਪ ਕੇ ਘਰ ਦੇ ਅੰਦਰ ਵੜ ਵੀ ਗਿਆ, ਔਰ ਕਹਿੰਦਾ ਚੱਲ ਛੱਡ ਯਾਰ, ਹਲੇ ਮੈਂ ਨਾ ਕੌਣ ਜਾਊਗਾ ਇਹਨੂੰ ਇਹਦਾ ਪਿੱਛਾ ਕਰਨ। ਹਾਲਾਤ ਇਹ ਸੀ। ਸੋ ਹੁਣ ਮੰਨ ਲਿਆ ਉਸ ਕੇਸ ਦੇ ਵਿੱਚ ਪੁਲਿਸ ਵਾਲੇ ਨੂੰ ਕੋਈ ਚੋਰ ਨੇ ਕੋਈ ਨਿੱਜੀ ਫਾਇਦਾ ਨਹੀਂ, ਕੋਈ ਉਹਨੇ 50 ਦਾ ਨੋਟ ਜਾਂ ਕੋਈ 500 ਦਾ ਨੋਟ ਨਹੀਂ ਦਿੱਤਾ, ਪਰ ਜਿਹੜੀ ਉਹ ਪੁਲਿਸ ਵਾਲੇ ਦੀ ਇਨਐਫੀਸ਼ੀਐਂਸੀ ਸੀ, ਉਹਦੇ ਵਾਸਤੇ ਪੁਲਿਸ ਵਾਲੇ ਦੀ ਜਵਾਬਦੇਹੀ ਤਾਂ ਬਣਦੀ ਹੈ। ਉਹਦੀ ਇਨਕੰਪੀਟੈਂਸ ਤੇ ਹੈਗੀ ਆ। ਪੂਰੀ ਜਿਹੜੀ ਰਿਪੋਰਟ ਆਈ ਹੈ 1800 ਤੋਂ ਵੀ ਜ਼ਿਆਦਾ ਪੰਨਿਆਂ ਦੀ ਰਿਪੋਰਟ, ਇਹਦੇ ਵਿੱਚ ਕਿਤੇ ਵੀ ਕੋਈ ਜਵਾਬਦੇਹੀ ਜਿਹੜੀ ਆ ਉਹ ਨਿਰਧਾਰਿਤ ਨਹੀਂ ਕੀਤੀ ਗਈ। ਇਸ ਕਰਕੇ ਇਸ ਰਿਪੋਰਟ ਦੀ ਥੋੜੀ ਨਿਖੇਧੀ ਹੋ ਰਹੀ ਆ। ਪਰ ਇਹਦੇ ਵਿੱਚ ਬਹੁਤ ਸਾਰੀਆਂ ਸੁਜੈਸ਼ਨਸ ਦਿੱਤੀਆਂ ਗਈਆਂ ਨੇ, 101 ਸੁਜੈਸ਼ਨਸ, ਰეკਮੈਂਡੇਸ਼ਨਸ ਇਸ ਰਿਪੋਰਟ ਦੇ ਵਿੱਚ ਸ਼ਾਮਲ ਨੇ। ਕੋਈ ਡਾਲਰ ਫਿਗਰ ਕੋਈ ਕੁਆਂਟੀਫਾਈ ਨਹੀਂ ਕੀਤਾ ਗਿਆ ਕਿ ਕਿੰਨੀ ਉਹ ਧਨ ਰਾਸ਼ੀ ਰਹੀ ਜਿਹੜੀ ਕਿ BC ਦੇ ਕਸੀਨੋਜ਼ ਦੇ ਵਿੱਚੋਂ ਜਾਂ BC ਦੀ ਇਕੋਨਮੀ ਦੇ ਵਿੱਚੋਂ ਬੀਤੇ ਸਾਲਾਂ ਦੌਰਾਨ ਜਿਹਨੂੰ ਲਾਂਡਰ ਕੀਤਾ ਗਿਆ, ਵੀ ਕਾਲਾ ਧਨ ਇੱਥੇ ਸਫੈਦ ਕੀਤਾ ਗਿਆ। ਇਹ ਜ਼ਰੂਰ ਦੱਸਿਆ ਗਿਆ, ਕਹਿੰਦੇ ਵੀ ਜਿਹੜਾ ਪਹਿਲਾ ਸੰਕੇਤ ਸੀ ਉਹ 2008 ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ, ਇਨ ਦਾ ਈਅਰ 2008। ਇਹ ਤਕਰੀਬਨ 2014 ਤੱਕ BC ਦੇ ਵਿੱਚ, 2008 ਤੋਂ 2014 ਤੱਕ ਮਨੀ ਲਾਂਡਰਿੰਗ ਦਾ ਖੁੱਲ੍ਹਾ ਅਖਾੜਾ ਲੱਗਾ ਰਿਹਾ, ਜਿਹਦੇ ਵਿੱਚ ਕਿ ਜੇ ਕੋਈ ਗੱਲ ਧਿਆਨ ਵਿੱਚ ਆਉਂਦੀ ਵੀ ਸੀ ਤਾਂ ਉਹਨੂੰ ਸਪਰੈਸ ਕਰ ਦਿੱਤਾ ਜਾਂਦਾ ਸੀ, ਉਹਨੂੰ ਨਕਾਰ ਦਿੱਤਾ ਜਾਂਦਾ ਸੀ। ਕਸੀਨੋਜ਼ ਦੇ ਵਿੱਚ ਇਹਨਾਂ 6 ਸਾਲਾਂ 'ਚ $10,000 ਜਾਂ ਉਸ ਤੋਂ ਵੱਧ ਦੀਆਂ ਜਿਹੜੀਆਂ ਟ੍ਰਾਂਜੈਕਸ਼ਨ ਸੀਗੀਆਂ, ਸਿਰਫ ਉਹਨਾਂ ਦਾ ਟੋਟਲ $1.2 ਬਿਲੀਅਨ ਬਣਦਾ ਇਹਨਾਂ 6 ਸਾਲਾਂ 'ਚ। ਤੇ ਇੱਕ ਚੀਜ਼, ਇਹ ਪੂਰੀ ਜਿਹੜੀ ਸਾਰੀ ਰਿਪੋਰਟ ਹੈ, ਇਹਨੂੰ ਪੜ੍ਹਨ ਵੇਲੇ, ਇਹਦੇ ਬਾਰੇ ਸੁਣਨ ਵੇਲੇ ਇੱਕ ਗੱਲ ਧਿਆਨ 'ਚ ਰੱਖੀਏ ਕਿ ਜੋ ਕਸੀਨੋਜ਼ ਦੇ ਵਿੱਚ ਮਨੀ ਲਾਂਡਰਿੰਗ ਹੁੰਦੀ ਆ, ਦੈਟਸ ਓਨਲੀ 5% ਆਫ ਦਾ ਟੋਟਲ। ਸੋ ਜਿਹੜਾ 95% ਜਿਹੜੀ ਮਨੀ ਲਾਂਡਰਿੰਗ ਆ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਥਰੂ ਹੋ ਰਹੀ ਹੈ। ਜੀ ਬਿਲਕੁਲ। ਇਹਦੇ ਵਿੱਚ ਵਾਸੂ ਇੱਕ ਹੋਰ ਉਹਨਾਂ ਨੇ ਦੱਸਿਆ, ਫਿਨਟਰੈਕ ਆ, ਜਿਹੜੀ ਕਿ ਫੈਡਰਲ ਏਜੰਸੀ ਆ, ਜਿਹਦਾ ਮਕਸਦ ਹੀ ਇਹ ਆ ਕਿ ਮਨੀ ਲਾਂਡਰਿੰਗ ਦੀ ਉਹ ਪੂਰੀ ਉਹਨਾਂ ਨੇ ਨਿਗਰਾਨੀ ਕਰਨੀ ਆ। ਕਹਿੰਦੇ ਫਿਨਟਰੈਕ ਬਿਲਕੁਲ ਬੇਕਾਰ ਏਜੰਸੀ, ਉਹਨਾਂ ਨੇ ਬੜੀ ਝਾੜ ਪਾਈ ਫਿਨਟਰੈਕ ਨੂੰ। ਕਹਿੰਦੇ ਇਹਨਾਂ ਨੂੰ ਹਰ ਸਾਲ ਤਕਰੀਬਨ 30 ਮਿਲੀਅਨ ਰਿਪੋਰਟਸ ਜਾਂਦੀਆਂ ਨੇ। ਸੋ ਜੇ ਕਦੇ ਵੀ ਕੋਈ $10,000 ਤੋਂ ਵੱਧ ਦੀ ਕੈਸ਼ ਟ੍ਰਾਂਜੈਕਸ਼ਨ ਹੁੰਦੀ ਆ, ਉਹ ਫਾਰਮ ਵਗੈਰਾ ਵੀ ਭਰਵਾ ਲੈਂਦੇ ਨੇ ਨਾ, ਬੈਂਕ 'ਚ ਪੁੱਛਦੇ ਨੇ ਪੈਸੇ ਕਿੱਥੋਂ ਆਏ। ਸੋ ਉਹ ਜਿਹੜੀ ਰਿਪੋਰਟ ਆ ਉਹ ਫਿਨਟਰੈਕ ਕੋਲ ਜਾਂਦੀ ਹੈ। ਇਸ ਤਰ੍ਹਾਂ ਦੀਆਂ ਤਕਰੀਬਨ 30 ਮਿਲੀਅਨ ਰਿਪੋਰਟਸ ਫਿਨਟਰੈਕ ਕੋਲੋਂ ਅਕ੍ਰੋਸ ਦ ਕੰਟਰੀ, ਪੂਰੇ ਮੁਲਕ ਭਰ 'ਚੋਂ ਆਉਂਦੀਆਂ ਨੇ। ਫੈਡਰਲ ਏਜੰਸੀ ਹੈ ਇਹ। ਉਹਦੇ ਵਿੱਚੋਂ ਲਾਅ ਇਨਫੋਰਸਮੈਂਟ ਨੂੰ ਇਹਨਾਂ ਨੇ 2500 ਰਿਪੋਰਟਾਂ ਹੀ ਭੇਜੀਆਂ, ਜਿਨ੍ਹਾਂ ਦੇ ਵਿੱਚੋਂ BC ਦੇ ਕੋਲ 350 ਰਿਪੋਰਟਾਂ ਹੀ ਆਈਆਂ। ਸੋ ਉਹਨਾਂ ਨੇ ਇੱਕ ਤਾਂ ਸੁਜੈਸ਼ਨ ਇਹ ਦਿੱਤਾ, 101 ਸਿਫਾਰਿਸ਼ਾਂ ਦੇ ਵਿੱਚੋਂ ਇੱਕ ਸਿਫਾਰਿਸ਼ ਇਹ ਆ ਕਿ BC ਦੇ ਵਿੱਚ ਹੁਣ ਮਨੀ ਲਾਂਡਰਿੰਗ ਨੂੰ ਟੈਕਲ ਕਰਨ ਦੇ ਵਾਸਤੇ ਇੱਕ ਵਿਸ਼ੇਸ਼, ਇੱਕ ਤਾਂ ਕਮਿਸ਼ਨਰ ਐਸਟੈਬਲਿਸ਼ ਕੀਤਾ ਜਾਵੇ, ਜਿਹੜਾ ਉਹ ਅਧਿਕਾਰੀ ਹੋਵੇਗਾ ਉਹ ਕਿਸੇ ਮਿਨਿਸਟਰੀ ਨੂੰ ਜਾਂ ਸਰਕਾਰ ਨੂੰ ਜਵਾਬਦੇਹ ਨਹੀਂ ਹੋਏਗਾ, ਉਹ ਲੋਕਾਂ ਨੂੰ ਜਵਾਬਦੇਹ ਹੋਏਗਾ। ਤੇ ਨਾਲ ਹੀ ਉਹਨਾਂ ਨੇ ਗੱਲ ਕੀਤੀ ਹੈ ਵੀ ਪੁਲਿਸ ਦੇ ਵਿੱਚ ਇੱਕ ਸਪੈਸ਼ਲ ਯੂਨਿਟ ਬਣਾਓ, ਜਿਹੜਾ ਕਿ BCSFU ਦੇ ਨਾਲ, ਜਿਹੜੀ ਕਿ ਕੰਬਾਈਨਡ ਐਨਫੋਰਸਮੈਂਟ ਯੂਨਿਟ ਆ, CBSU, ਉਹਦੇ ਨਾਲ, ਕਹਿੰਦੇ ਉਹਦੇ ਵਿੱਚ ਉਹ ਉਹਦੇ ਨਾਲ ਅਟੈਚਡ ਹੋਵੇ, ਜਿਹਦਾ ਮਕਸਦ ਹੀ ਸਿਰਫ ਤੇ ਸਿਰਫ ਇਹ ਹੋਏਗਾ ਕਿ ਮਨੀ ਲਾਂਡਰਿੰਗ ਨੂੰ ਟੈਕਲ ਕਿਵੇਂ ਕਰਨਾ ਤੇ ਉਹਦੀਆਂ ਇਨਵੈਸਟੀਗੇਸ਼ਨਸ ਹੋਣ, ਸੋ ਦੈਟ ਉਸ ਕੰਮ ਦੇ ਵਿੱਚ ਕੋਈ ਢਿੱਲ ਮੱਸ ਨਾ ਹੋਵੇ। ਇਸੇ ਤਰ੍ਹਾਂ ਦਾ ਯੂਨਿਟ ਵਾਸੂ ਪੁਲਿਸ ਦੇ ਵਿੱਚ RCMP 'ਚ ਐਗਜ਼ਿਸਟ ਕਰਿਆ ਕਰਦਾ ਸੀ। ਜੀ। ਸੋ ਵਿਜੇ, ਹੁਣ ਇਹਦੇ ਵਿੱਚ ਕਈ ਗੱਲਾਂ ਨੇ ਦੇਖਣ ਵਾਲੀਆਂ। ਸੋ ਹੁਣ ਜਿਹੜਾ ਉਹਨਾਂ ਨੇ ਕਿਹਾ ਵੀ ਕਮਿਸ਼ਨਰ ਜਿਹੜਾ ਹੈ, ਐਂਟੀ ਮਨੀ ਲਾਂਡਰਿੰਗ ਕਮਿਸ਼ਨਰ, ਜਿਹਦਾ ਅਹੁਦਾ ਸਥਾਪਿਤ ਕਰਨਾ,
ਉਹ ਆਮ ਜਨਤਾ ਨੂੰ ਜਵਾਬਦੇਹ ਹੋਏਗਾ। ਸੋ ਆਮ ਜਨਤਾ ਨੂੰ ਕਿਵੇਂ ਜਵਾਬਦੇਹ ਹੋਊਗਾ? ਉਹ ਇਲੈਕਟਡ ਆਫੀਸ਼ੀਅਲ ਹੋਏਗਾ। ਹਾਂ, ਸੋ ਜੇ ਕੋਈ ਡੈਮੋਕ੍ਰੇਸੀ ਦੇ ਵਿੱਚ ਜਵਾਬਦੇਹੀ ਤਾਂ ਹੀ ਹੈ ਨਾ, ਜੇ ਉਹ ਇਲੈਕਟਡ ਆਫੀਸ਼ੀਅਲ ਹੋਏ। ਸੋ ਇਲੈਕਟਡ ਇੱਕ ਆਫਿਸ ਹੋਏਗਾ, ਇਹਦਾ ਮਤਲਬ ਉਹ ਦੇਖਣਾ ਹੋਏਗਾ। ਇਹਦੇ ਵਿੱਚ ਜਿਹੜੀਆਂ ਹੋਰ ਰეკਮੈਂਡੇਸ਼ਨਸ ਨੇ, ਇਹਦੇ 'ਚ ਇਹ ਵੀ ਕਿਹਾ ਗਿਆ, ਕਹਿੰਦੇ ਵੀ ਤੁਸੀਂ ਫੈਡਰਲ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਨੇ ਜਾਂ ਫੈਡਰਲ ਏਜੰਸੀਆਂ ਦੀਆਂ, ਜਿਵੇਂ ਕਿ ਫਿਨਟਰੈਕ, ਕਹਿੰਦੇ ਵੀ ਉਹਦੇ 'ਤੇ ਨਿਰਭਰ ਨਾ ਕਰਿਓ। ਕਹਿੰਦੇ ਵੀ BC ਦੇ ਵਿੱਚ ਆਪਣਾ ਕਹਿੰਦੇ ਇੱਕ ਰਿਪੋਰਟਿੰਗ ਮੈਕੈਨਿਜ਼ਮ ਜਿਹੜਾ ਉਹ ਸਥਾਪਿਤ ਕਰਨਾ ਚਾਹੀਦਾ। ਇੱਕ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਕਸੀਨੋਜ਼ ਦੇ ਵਿੱਚ ਜਿਹੜੀਆਂ ਟ੍ਰਾਂਜੈਕਸ਼ਨਸ ਪਹਿਲਾਂ $10,000 ਤੋਂ ਵੱਧ ਵਾਲੀਆਂ ਫਲੈਗ ਕੀਤੀਆਂ ਜਾਂਦੀਆਂ ਸੀ, ਉਹਨਾਂ ਦਾ ਪ੍ਰੂਫ ਆਫ ਫੰਡਸ ਮੰਗਿਆ ਜਾਂਦਾ ਸੀ। ਕਹਿੰਦੇ ਉਹਨੂੰ 10,000 ਤੋਂ ਘਟਾ ਕੇ ਉਸ ਥ੍ਰੈਸ਼ਹੋਲਡ ਨੂੰ 3,000 ਕੀਤਾ ਜਾਏ, ਕਿ 3,000 ਤੋਂ ਵੱਧ ਦੀ ਜਿਹੜੀ ਵੀ ਕੋਈ ਕੈਸ਼ ਟ੍ਰਾਂਜੈਕਸ਼ਨ ਕਸੀਨੋਜ਼ ਦੇ ਵਿੱਚ ਹੋਵੇ, ਉਹਦੇ ਪ੍ਰੂਫ ਆਫ ਫੰਡਸ ਮੰਗੇ ਜਾਣ। ਇੱਕ ਉਹਨਾਂ ਨੇ ਕਿਹਾ, ਕਹਿੰਦੇ ਕਿ ਜਿਹੜੀਆਂ ਲਗਜ਼ਰੀ ਗੁੱਡਸ ਦੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ $10,000 ਤੋਂ ਵੱਧ ਕੀਮਤ ਵਾਲੀਆਂ, ਉਹਨਾਂ ਦਾ ਵੀ ਕਹਿੰਦੇ ਰਿਪੋਰਟਿੰਗ ਮੈਕੈਨਿਜ਼ਮ ਕੋਈ ਸਥਾਪਿਤ ਕਰਨਾ ਚਾਹੀਦਾ। ਇੱਕ ਗੱਲ ਇਹ ਵੀ ਕੀਤੀ ਗਈ, ਕਹਿੰਦੇ ਵੀ ਇਹਦੇ ਵਿੱਚ ਇਹ ਗੱਲ ਕੋਈ ਪ੍ਰੂਵ ਨਹੀਂ ਹੁੰਦੀ ਕਿ ਹਾਊਸਿੰਗ ਅਨਅਫੋਰਡੇਬਿਲਿਟੀ ਦੇ ਪਿੱਛੇ ਮਨੀ ਲਾਂਡਰਿੰਗ ਇੱਕ ਕਾਰਨ ਰਿਹਾ। ਕਹਿੰਦੇ ਮਨੀ ਲਾਂਡਰਿੰਗ ਦੇ ਕਰਕੇ ਹਾਊਸਿੰਗ ਅਨਅਫੋਰਡੇਬਿਲਿਟੀ ਨਹੀਂ ਹੋਈ, ਘਰਾਂ ਦੀਆਂ ਕੀਮਤਾਂ ਨਹੀਂ ਵਧੀਆਂ। ਪਰ ਇਹਦੇ ਵਿੱਚ ਰੀਅਲਟਰਸ ਤੇ ਮਾਰਗੇਜ ਲੈਂਡਰਸ ਦਾ ਜ਼ਿਕਰ ਜ਼ਰੂਰ ਹੈਗਾ। ਉਹ ਕਹਿੰਦੇ ਰੀਅਲਟਰਸ ਤੇ ਮਾਰਗੇਜ ਲੈਂਡਰਸ ਆਪਣੀ ਜਿਹੜੀ ਭੂਮਿਕਾ ਹੈ ਉਹ ਸਹੀ ਤਰ੍ਹਾਂ ਨਹੀਂ ਨਿਭਾ ਰਹੇ। ਉਹਨਾਂ ਨੂੰ ਵੀ ਕਹਿੰਦੇ ਰੈਗੂਲੇਟ ਕਰਨ ਲਈ ਸਟ੍ਰਿਕਟਰ ਰੂਲਸ ਹੋਣੇ ਚਾਹੀਦੇ ਨੇ। ਕਹਿੰਦੇ ਵੀ ਉਹ ਜਿਹੜੀ ਡਿਊ ਡਿਲੀਜੈਂਸ ਨਹੀਂ ਕਰਦੇ, ਜਿਹੜੇ ਫੰਡਸ ਆ ਰਹੇ ਨੇ ਕਿੱਥੋਂ ਆ ਰਹੇ ਨੇ, ਉਹਨਾਂ ਦੀ ਰਿਪੋਰਟਿੰਗ ਪ੍ਰੋਪਰਲੀ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਬਸ ਉਹ ਇੱਕ ਐਗਜ਼ਾਮਪਲ ਵੀ ਸ਼ੇਅਰ ਕੀਤੀ ਹੈ ਵੀ ਸਾਲ 2015-16 ਦੇ ਵਿੱਚ BC ਦੇ ਰੀਅਲ ਏਸਟੇਟ ਸੈਕਟਰ 'ਚੋਂ ਜਿਹੜੀਆਂ ਸਸਪੀਸ਼ੀਅਸ ਟ੍ਰਾਂਜੈਕਸ਼ਨਸ ਰਿਪੋਰਟ ਕੀਤੀਆਂ ਗਈਆਂ ਫਿਨਟਰੈਕ ਨੂੰ, ਉਹਨਾਂ ਦੀ ਗਿਣਤੀ ਸਿਰਫ 7 ਸੀ, 7। ਤੇ ਨਾਲ ਹੀ ਇੱਕ ਗੱਲ ਹੋਰ ਸੀ, ਜਿਹੜੇ ਜਦੋਂ ਤੁਸੀਂ ਆਪਣੇ ਵਕੀਲ ਦੇ ਕੋਲ ਕੋਈ ਪ੍ਰਾਪਰਟੀ ਜਾਂ ਕੋਈ ਡੀਲ ਕਲੋਜ਼ਿੰਗ ਵਾਸਤੇ ਜਾਂਦੇ ਹੋ, ਉੱਥੇ ਤੁਸੀਂ ਕੈਸ਼ ਅਦਾ ਕਰ ਸਕਦੇ ਹੋ। ਵਕੀਲਾਂ ਦੇ ਉੱਪਰ ਇਸ ਗੱਲ ਦੀ ਬੰਦਿਸ਼ ਨਹੀਂ ਹੈ ਕਿ ਉਹ ਫਿਨਟਰੈਕ ਨੂੰ ਰਿਪੋਰਟ ਕਰਨ। ਲਾਇਰਸ ਨੂੰ ਆਪਣੀ ਲਾਅ ਸੁਸਾਇਟੀ ਨੂੰ ਉਹਨੂੰ ਇਸ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ, ਅੱਗੇ ਦੇਖਣਾ ਲਾਅ ਸੁਸਾਇਟੀ ਨੂੰ ਉਹਨੇ ਕੀ ਕਰਨਾ ਕੀ ਨਹੀਂ। ਉਹਨਾਂ ਨੇ ਕਿਹਾ ਕਿ ਜੇ ਅਸੀਂ ਲਾਇਰਸ ਨੂੰ ਵੀ ਇਸ ਦਾਇਰੇ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਲੈਜਿਸਲੇਟਿਵਲੀ, ਕੌਨਸਟੀਟਿਊਸ਼ਨਲੀ ਉਹਦੇ ਵਿੱਚ ਬਹੁਤ ਸਾਰੇ ਇਸ਼ੂਜ਼ ਹੋਣਗੇ। ਸੋ ਉਹ ਵਾਲਾ ਜਿਹੜਾ ਪਹਿਲੂ ਹੈ ਉਹਨਾਂ ਨੇ ਉਸ ਨੂੰ ਅਨਟੱਚਡ ਰੱਖਿਆ। ਜਿੱਥੇ RCMP ਦੀ ਨਿਖੇਧੀ ਕੀਤੀ ਗਈ ਵਸੋਂ ਕਿ RCMP ਨੇ ਬਹੁਤ ਕੁਝ ਦੇਖ ਕੇ ਅਣਦੇਖਾ ਕੀਤਾ, ਸਰਕਾਰ ਦੇ ਨਾਲ ਨਿਖੇਧੀ ਹੋਈ, BCLC ਦੇ ਮੈਨੇਜਰਸ ਦੀ ਹੋਈ। ਇੱਕ ਪਰਟੀਕੂਲਰ RCMP ਦੇ ਅਫਸਰ ਜਿਨ੍ਹਾਂ ਨੂੰ ਜਸਟਿਸ ਕਲਨ ਨੇ ਕ੍ਰੈਡਿਟ ਕੀਤਾ, ਉਹ ਹਨ ਬੈਰੀ ਬੈਕਸਟਰ। ਬੈਰੀ ਬੈਕਸਟਰ ਉਹ RCMP ਦੇ ਅਫਸਰ ਸਨ ਜਿਨ੍ਹਾਂ ਨੇ ਸਾਲ 2010 ਦੇ ਵਿੱਚ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ। ਉਹਨਾਂ ਨੇ ਵੇਖਿਆ ਸੀ ਕਿ ਕਸੀਨੋਜ਼ ਦੇ ਵਿੱਚ, BC ਦੇ ਕਸੀਨੋਜ਼ ਦੇ ਵਿੱਚ ਮਨੀ ਲਾਂਡਰਿੰਗ ਕਿਸ ਤਰੀਕੇ ਹੋ ਰਹੀ ਆ, ਉਹਦਾ ਮੋਡਸ ਆਪਰੈਂਡੀ ਹੈ ਕਿ ਚਾਈਨਾ ਤੋਂ ਤੇ ਹਾਂਗਕਾਂਗ ਤੋਂ ਜਿਹੜੇ ਵਿਅਕਤੀ ਆਉਂਦੇ ਨੇ, ਜਿਨ੍ਹਾਂ ਦਾ ਅਦਰਵਾਈਜ਼ ਕੈਨੇਡਾ ਦੇ ਨਾਲ ਕੋਈ ਕਨੈਕਸ਼ਨ ਵੀ ਨਹੀਂ ਆ, ਉਹ ਇੱਥੇ ਆ ਕੇ ਜਦੋਂ ਜੂਆ ਖੇਡਣ ਜਾਂਦੇ ਨੇ, ਉਹਨਾਂ ਨੂੰ ਇੱਥੇ ਕੈਸ਼ ਦੇ ਵਿੱਚ ਜਿਹੜੇ ਇੱਧਰ ਲੋਨ ਸ਼ਾਰਕਸ ਨੇ ਉਹ ਪੈਸਾ ਦੇ ਦਿੰਦੇ ਨੇ, ਫਿਰ ਉਹ ਜੂਆ ਖੇਡਦੇ ਨੇ ਉਹਦੇ ਨਾਲ ਜਾ ਕੇ, ਫਿਰ ਜਿਹੜੀ ਉਹਨਾਂ ਪੈਸਿਆਂ ਦਾ ਭੁਗਤਾਨ ਆ ਵਾਪਸ, ਉਹ ਲੋਨ ਮੋੜਨਾ ਵੀ ਆ, ਉਹ ਕਰ ਦਿੱਤਾ ਜਾਂਦਾ ਸੀ ਚਾਈਨਾ ਜਾਂ ਹਾਂਗਕਾਂਗ ਦੇ ਬੈਂਕਾਂ ਦੇ ਵਿੱਚ। ਜਦੋਂ ਉੱਥੇ ਉਹ ਭੁਗਤਾਨ ਹੁੰਦਾ ਸੀ, ਉੱਥੋਂ ਵਾਇਰ ਟ੍ਰਾਂਸਫਰ ਹੋ ਕੇ ਪੈਸੇ ਕੈਨੇਡਾ ਆ ਜਾਂਦੇ ਸੀ। ਵੈਸੇ ਵੀ ਦੇਖੋ, ਇੱਕ ਕਸੀਨੋਜ਼ ਦੇ ਵਿੱਚ ਮਨੀ ਲਾਂਡਰਿੰਗ ਦਾ ਇੱਕ ਤਰੀਕਾ ਕੀ ਰਿਹਾ, ਕੈਸ਼ ਲੈ ਕੇ ਚਿਪਸ ਖਰੀਦ ਲਈਆਂ, ਥੋੜ੍ਹੀ ਦੇਰ ਉੱਥੇ ਜਾ ਕੇ ਤੁਸੀਂ ਥੋੜ੍ਹੇ ਜਿਹੇ ਪੈਸੇ ਹਾਰੇ, ਚਿਪਸ ਵਾਪਸ ਕੀਤੀਆਂ, ਉਹਨਾਂ ਨੇ ਤੁਹਾਨੂੰ ਕੈਸ਼ ਨਹੀਂ ਪੈਸੇ ਵਾਪਸ ਕੀਤੇ, ਉਹਨਾਂ ਨੇ ਤੁਹਾਨੂੰ ਚੈੱਕ ਦੇ ਦਿੱਤਾ ਤੇ ਉਹ ਤੁਸੀਂ ਬੈਂਕਾਂ ਦੇ ਵਿੱਚ ਪੈਸੇ ਜਮ੍ਹਾਂ ਕਰਾ ਲਏ। ਸੋ ਬੈਰੀ ਬੈਕਸਟਰ ਨੇ ਜਿਹੜੀ ਤਫਤੀਸ਼ ਸ਼ੁਰੂ ਕੀਤੀ ਸੀ ਉਹ 2012 ਦੇ ਵਿੱਚ ਬੰਦ ਹੋ ਗਈ, 2010 ਦੇ ਵਿੱਚ ਸ਼ੁਰੂ ਹੋ ਕੇ, ਕਿਉਂਕਿ ਫੈਡਰਲ ਫੰਡਿੰਗ ਜਿਹੜੀ ਸੀ ਉਹ ਵਾਪਸ ਲੈ ਲਈ ਗਈ। ਉਸ ਤੋਂ ਬਾਅਦ ਕਹਿੰਦੇ BC ਸਰਕਾਰ ਨੇ ਵੀ ਇਹਦੇ ਵੱਲ ਕੋਈ ਕਦਮ ਨਹੀਂ ਚੁੱਕਿਆ, ਸੋ ਟੋਟਲੀ ਇਹਨੂੰ ਇਗਨੋਰ ਕੀਤਾ। ਤੇ ਉਸ ਤੋਂ ਬਾਅਦ ਫਿਰ ਬੈਰੀ ਬੈਕਸਟਰ ਹੀ ਵੈਂਟ ਪਬਲਿਕ। ਉਹਨਾਂ ਨੇ ਫਿਰ ਜਨਤਕ ਇਹ ਸਾਰੀ ਜਾਣਕਾਰੀ ਕਰਤੀ, ਜਦੋਂ ਉਹਨਾਂ ਨੇ ਸਾਰਾ ਦੱਸਿਆ ਵੀ ਕਿਸ ਪੱਧਰ ਇਹ ਮਨੀ ਲਾਂਡਰਿੰਗ ਚੱਲ ਰਹੀ ਹੈ ਇੱਥੇ BC ਦੇ ਵਿੱਚ। ਤੇ ਫਿਰ ਰਿਚ ਕੋਲਮੈਨ ਜਿਹੜੇ ਗੇਮਿੰਗ ਮਿਨਿਸਟਰ ਸਨ ਉਦੋਂ, ਉਹਨਾਂ ਨੇ ਫਿਰ ਜਨਤਕ ਤਰੀਕੇ ਉਹਨਾਂ ਨੇ ਬੈਕਸਟਰ ਨੂੰ ਝਾੜ ਪਾਈ ਸੀ। ਉਹਨਾਂ ਨੇ ਕਿਹਾ ਸੀ ਕਿ ਕੋਈ ਮਨੀ ਲਾਂਡਰਿੰਗ ਨਹੀਂ ਹੋ ਰਹੀ ਤੇ ਬੈਕਸਟਰ ਜੋ ਗੱਲ ਕਰ ਰਹੇ ਨੇ ਉਹ ਝੂਠੀ ਹੈ। ਤੇ ਇਸ ਕਮਿਸ਼ਨ ਦੀ ਰਿਪੋਰਟ ਵਿੱਚ ਲਿਖਿਆ ਗਿਆ ਵੀ ਰਿਚ ਕੋਲਮੈਨ ਨੇ ਜੋ ਕੀਤਾ, ਇਹ ਪਬਲਿਕਲੀ ਜਾ ਕੇ RCMP ਦੇ ਆਫਿਸਰ ਨੂੰ ਝਾੜ ਪਾਈ, ਕਹਿੰਦੇ ਉਹਦੇ ਨਾਲ ਇੱਕ ਗਲਤ ਸੰਕੇਤ ਦਿੱਤਾ। ਕਹਿੰਦੇ ਰਿਚ ਕੋਲਮੈਨ ਨੇ ਲੋਕਾਂ ਨੂੰ ਇਹ ਇੱਕ ਆਈਡੀਆ ਦਿੱਤਾ ਕਿ ਮਨੀ ਲਾਂਡਰਿੰਗ ਦੀ ਕੋਈ ਸਮੱਸਿਆ ਜਿਵੇਂ BC ਦੇ ਵਿੱਚ ਹੈ ਹੀ ਨਹੀਂ। ਪਰ ਇਹਦੇ ਵਿੱਚ ਵੀ ਜਿਹੜੀ ਗੱਲ ਹੋਈ ਕਿ ਕਰਪਸ਼ਨ ਕੋਈ ਨਹੀਂ ਹੋਈ, ਸੋ ਉਹਨੂੰ ਲੈ ਕੇ ਰਿਚ ਕੋਲਮੈਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਉਹ ਕਹਿੰਦੇ ਦੇਖ ਲਓ, ਕਹਿੰਦੇ ਵੀ $10 of millions ਜਿਹੜੇ ਨੇ ਪਿਛਲੇ 3 ਸਾਲਾਂ ਦੌਰਾਨ ਇਸ ਕਮਿਸ਼ਨ ਦੀ ਇਨਕੁਆਇਰੀ ਤੇ ਖਰਚ ਕੀਤੇ ਗਏ ਨੇ। ਪਰ ਕਹਿੰਦੇ ਵੀ ਇਹ ਪੋਲੀਟੀਕਲੀ ਮੋਟੀਵੇਟਡ ਕਹਿੰਦੇ ਇੱਕ ਇਨਕੁਆਇਰੀ ਸੀ ਤੇ ਇਹਦੇ ਵਿੱਚ ਕਮਿਸ਼ਨ ਨੇ ਆਪ ਹੀ ਕਿਹਾ ਕਿ ਕਿਸੇ ਤਰ੍ਹਾਂ ਦੀ ਕਰਪਸ਼ਨ ਨਹੀਂ ਹੋਈ। ਤੇ ਕਹਿੰਦੇ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣਾ ਕੰਮ ਜਿਹੜਾ ਉਹ ਪੂਰੇ ਵਧੀਆ ਤਰੀਕੇ ਨਾਲ ਕਰ ਰਹੇ ਸੀ, ਕਿ ਜੋ ਅਸੀਂ ਉਦੋਂ ਕਰ ਸਕਦੇ ਸੀ ਅਸੀਂ ਕੀਤਾ। ਉਹਨਾਂ ਨੇ ਆਪਣਾ ਸਟਾਂਸ, ਆਪਣਾ ਪੱਖ ਇਸ ਹਿਸਾਬ ਨਾਲ ਪੂਰਿਆ, ਉਹਨਾਂ ਨੇ ਇਹਨੂੰ ਇੱਦਾਂ ਇੰਟਰਪ੍ਰੇਟ ਕੀਤਾ। ਕਹਿੰਦੇ ਹੁਣ NDP ਨੂੰ ਪਤਾ ਲੱਗ ਰਿਹਾ ਵੀ ਗਵਰਨਿੰਗ ਕਿੰਨਾ ਕੰਪਲੈਕਸ ਕੰਮ ਹੈ। ਤੇ ਉਹਨਾਂ ਨੇ ਕਈ ਗੱਲ ਵੀ ਆਖੀ, ਕਹਿੰਦੇ ਜਿਹੜਾ ਕਰਪਸ਼ਨ ਸ਼ਬਦ ਹੈ ਇਹ ਪਿਛਲੇ ਸਾਲਾਂ ਦੌਰਾਨ ਬੜਾ ਇਰਰਿਸਪੋਂਸੀਬਲੀ ਇਹਨੂੰ ਵਰਤਿਆ ਗਿਆ, ਨੈਰੇਟਿਵ ਦੇ ਵਿੱਚ ਲਿਆਂਦਾ ਗਿਆ। ਕਹਿੰਦੇ ਕਰਪਸ਼ਨ ਨਹੀਂ ਹੋਈ, ਇਹ ਤੇ ਹੁਣ ਇਨਕੁਆਇਰੀ ਨੇ ਸਾਬਤ ਕਰ ਦਿੱਤਾ। ਪਰ ਗੱਲ ਉਹੀ ਹੈ ਕਿ ਜੋ ਦੇਖਣ ਨੂੰ ਮਿਲ ਰਿਹਾ, ਜਿਹੜੀਆਂ
ਜਿਸ ਬੰਦੇ ਦੀ ਜੋ ਜੌਬ ਹੈ, this was the responsibility of the government, of the concerned minister, ਜਦੋਂ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਜਾ ਰਹੀ ਹੈ ਕਿਸੇ ਅਜਿਹੇ ਵਿਅਕਤੀ ਵੱਲੋਂ ਨਹੀਂ ਜਿਹਨੂੰ ਕਿ ਉਸ ਪੂਰੇ ਸਿਸਟਮ ਬਾਰੇ ਪਤਾ ਨਹੀਂ, ਜਿਹੜਾ ਉਹਦੀ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਉਹ ਗੱਲ ਤੁਹਾਡੇ ਤੱਕ ਲੈ ਕੇ ਆ ਰਿਹਾ, ਪਰ ਤੁਸੀਂ ਕਹਿੰਦੇ ਹੋ ਵੀ ਇੱਧਰ ਨੂੰ ਨਾ ਵੇਖੋ, ਪਾਸਾ ਵੱਟ ਲਓ, ਤਾਂ ਫਿਰ ਉਹਦੇ ਵਿੱਚ ਇਨਕੰਪੀਟੈਂਸ, ਇਨਐਫੀਸ਼ੀਐਂਸੀ ਸਿੱਧੀ ਆਉਂਦੀ ਆ। ਜਵਾਬਦੇਹੀ ਇਹਦੇ ਵਿੱਚ ਕਿਸੇ ਦੀ ਮਖਸੂਸ ਨਹੀਂ ਹੋਈ। ਸਭ ਤੋਂ ਵੱਡੀ ਚੁਭਵੀਂ ਗੱਲ ਇਹ ਆ। ਸੋ ਜਿਹੜੇ ਮਿਨਿਸਟਰਸ ਦਾ ਨਾਂ ਲਿਆ ਗਿਆ ਇਸ ਇਨਕੁਆਇਰੀ ਵੱਲੋਂ, ਇਸ ਕਮਿਸ਼ਨ ਵੱਲੋਂ, ਰਿਚ ਕੋਲਮੈਨ, ਮਾਈਕ ਡਿਓਂਗ, ਕ੍ਰਿਸਟੀ ਕਲਾਰਕ। ਸੋ ਮਾਈਕ ਡਿਓਂਗ ਨੇ ਵੀ ਕੱਲ ਮੀਡੀਆ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣਾ ਜਿਹੜਾ ਪੱਖ ਆ ਉਹ ਸਾਹਮਣੇ ਰੱਖਿਆ। ਉਹ ਕਹਿੰਦੇ ਅਸੀਂ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਰਹੇ ਸੀ, ਕਹਿੰਦੇ ਅਸੀਂ ਇਹ ਗੱਲ ਮੰਨਦੇ ਹਾਂ, ਪਰ ਉਹਨਾਂ ਨੇ ਇਹ ਗੱਲ ਤਸਦੀਕ ਕੀਤੀ, ਹਾਂ ਵੀ ਕਹਿੰਦੇ ਸਾਡੀ ਜ਼ਿੰਮੇਵਾਰੀ ਬਣਦੀ ਸੀ, ਅਸੀਂ ਪ੍ਰੋਪਰ ਕਹਿੰਦੇ ਜੋ ਕਦਮ ਚੁੱਕ ਸਕਦੇ ਸੀ ਨਹੀਂ ਚੁੱਕੇ, ਪਰ ਕਹਿੰਦੇ ਵੀ ਕਰਪਸ਼ਨ ਨਹੀਂ ਹੋਈ। ਸੋ ਰਿਚ ਕੋਲਮੈਨ ਨੇ ਵੀ ਇਹ ਗੱਲ ਕਹੀ, ਕਹਿੰਦੇ ਵੀ ਕੋਈ ਕਰਪਸ਼ਨ ਨਹੀਂ ਹੋਈ, ਇਹਦਾ ਮਤਲਬ ਅਸੀਂ ਸਹੀ ਤਰੀਕੇ ਨਾਲ ਕੰਮ ਕਰ ਰਹੇ ਸੀ। ਪਰ BC ਲਿਬਰਲ ਪਾਰਟੀ ਵੱਲੋਂ ਇੱਕ ਸੰਯੁਕਤ ਤਰੀਕੇ ਨਾਲ, ਇੱਕ ਜੁਆਇੰਟ ਤਰੀਕੇ ਨਾਲ ਕੋਈ ਵੀ ਸਟੇਟਮੈਂਟ ਕਿਸੇ ਵੀ ਸੋਸ਼ਲ ਮੀਡੀਆ ਹੈਂਡਲ ਤੇ ਜਾਂ ਕੋਈ ਵੀ ਮੀਡੀਆ ਰਿਲੀਜ਼ ਦੇ ਵਿੱਚ ਉਹ ਜਾਰੀ ਨਹੀਂ ਕੀਤੀ ਗਈ। ਤੇ ਅਸੀਂ ਜਿਹੜੀ ਕੱਲ ਸ਼ਾਮ ਵਾਲੇ ਸ਼ੋਅ 'ਚ ਵੀ ਵਿਜੇ ਗੱਲ ਕਰ ਰਹੇ ਸੀ ਕਿ ਕੈਵਿਨ ਫੈਲਕਨ ਸ਼ੁਰੂ ਤੋਂ ਹੀ ਇਹ ਕਹਿ ਚੁੱਕੇ ਨੇ ਕਿ ਉਹ ਪਾਰਟੀ ਨੂੰ ਰੀਇਨਵੈਂਟ ਕਰਨਾ ਚਾਹੁੰਦੇ ਨੇ, ਨਾਮ ਬਦਲਣਾ ਚਾਹੁੰਦੇ ਨੇ, ਨਾਮ ਬਦਲ ਦੇਣਾ ਚਾਹੁੰਦੇ ਨੇ। ਸੋ ਉਹ ਆਪਣੇ ਆਪ ਨੂੰ ਡਿਸਟੈਂਸ ਕਰਨਾ ਚਾਹੁੰਦੇ ਨੇ ਫਰਮ ਦ ਪਾਸਟ, ਜਿਹੜਾ ਪੁਰਾਣਾ ਬੈਗੇਜ ਹੈਗਾ ਪਾਰਟੀ ਦਾ, ਉਸ ਤੋਂ ਉਹਦੇ ਨਾਲ ਆਪਣੇ ਆਪ ਨੂੰ ਐਫੀਲੀਏਟ ਨਹੀਂ ਕਰਨਾ ਚਾਹੁੰਦੇ। ਕੈਵਿਨ ਫੈਲਕਨ ਵੱਲੋਂ ਕੋਈ ਵੀ ਸਟੇਟਮੈਂਟ ਇਸ ਇਨਕੁਆਇਰੀ ਦੇ ਰਿਸਪੌਂਸ ਦੇ ਵਿੱਚ ਜਾਰੀ ਨਹੀਂ ਕੀਤੀ ਗਈ। ਸੋ ਇਹਦੇ ਬਾਰੇ ਵੀ ਮਤਲਬ ਇਹ ਸੋਚਣ ਵਾਲੀ ਗੱਲ ਹੈ ਕਿ ਇੱਥੋਂ ਪਤਾ ਲੱਗਦਾ ਕਿ ਕੈਵਿਨ ਫੈਲਕਨ ਆਪਣੇ ਆਪ ਨੂੰ ਕਿਵੇਂ ਪੋਜੀਸ਼ਨ ਕਰ ਰਹੇ ਨੇ, BC ਲਿਬਰਲ ਪਾਰਟੀ ਨੂੰ ਕਿਵੇਂ ਪੋਜੀਸ਼ਨ ਕਰਨਾ ਚਾਹੁੰਦੇ ਨੇ। ਵੀ ਜਿਹੜੀ ਉਹ ਪੁਰਾਣੀਆਂ ਗੱਲਾਂ ਹੋ ਗਈਆਂ, ਹੁਣ ਤੇ ਅਸੀਂ ਇੱਕ ਨਵੀਂ ਪਾਰਟੀ ਦੀ ਸਿਰਜਣਾ ਕਰ ਰਹੇ ਹਾਂ। ਆਪਣੇ ਜਿਹੜੇ ਪੁਰਾਣੇ ਉਹਨਾਂ ਦੇ ਮਿਨਿਸਟਰ ਨੇ ਉਹਨਾਂ ਨੂੰ ਡਿਫੈਂਡ ਕਰਨ ਦੇ ਵਿੱਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ। ਐਗਜ਼ੈਕਟਲੀ।